अस्सलाम वालेकुम। उम्मीद है कि तुसी सारे ठीक हो। अल्लाह ਤੁਹਾਨੂੰ ਆਪਣੀ ਹਿਫਜ਼ੋ ਮਾਨ ਦੇ ਵਿੱਚ ਰੱਖੇ। ਪੰਜਾਬੀ ਦੇ ਵਿੱਚ ਗੱਲ ਇਸ ਪਰੋਂ ਕਰਨੀ ਪੈ ਰਹੀ ਹੈ। ਕੋਸ਼ਿਸ਼ ਕਰਾਂਗਾ ਕਿ ਪੂਰੀ ਪੰਜਾਬੀ 'ਚ ਗੱਲ ਕਰੇ, ਲੇਕਿਨ ਅਸੀਂ ਹੁਣ ਇੰਨੀ ਕੁ ਪੰਜਾਬੀ ਬੋਲਨੇ ਆ ਕਿ ਸਾਡੇ ਪੰਜਾਬੀ ਦੇ ਲਫ਼ਜ਼ ਵੀ ਛੇਤੀ ਛੇਤੀ ਮੁੱਕ ਜਾਂਦੇ ਨੇ। ਇੱਕ ਦੋ ਦਿਨ ਤੋਂ ਇੱਕ ਮੁਹੰਮਦ ਹਨੀਫ ਸਾਹਿਬ ਨੇ, ਜਿਹੜੇ ਕਿ ਸੀਨੀਅਰ ਲਿਖਣ ਲਾਣ ਵਾਲੇ ਲਿਖਾਰੀ ਨੇ, ਨਾਲ ਉਹ ਬੜਾ ਸੋਹਣਾ ਪੰਜਾਬੀ ਵੀ ਬੋਲਦੇ ਨੇ, ਤੇ ਇੱਕ ਵੱਡੇ ਅਦਾਰੇ ਦੇ ਵਿੱਚ BBC ਜ਼ਾਹਿਰ ਇੱਕ ਬਹੁਤ ਵੱਡਾ ਅਦਾਰਾ ਹੈ, ਉਹਦੇ ਵਿੱਚ ਉਹ ਆਪਣਾ ਜਿਹੜਾ ਬੋਲ ਕੇ ਵੀ ਲੋਕ ਇਹ ਪੰਜਾਬੀ ਦੇ ਵਿੱਚ ਕਰਦੇ ਨੇ। ਕਾਫੀ ਇੰਟਰਸਟ ਹੁੰਦੀ ਉਹਨਾਂ ਦੀ, ਇੰਟਰਸਟਿੰਗ ਪੰਜਾਬੀ ਵੀ ਹੁੰਦੀ ਆ, ਲੋਕ ਸੁਣਦੇ ਵੀ ਆ, ਲਹਿੰਦੇ ਪੰਜਾਬ ਵਾਲੇ ਤੇ ਚੜ੍ਹਦੇ ਪੰਜਾਬ ਦੋਵੇਂ ਪਾਸੇ ਹੀ। ਲੇਕਿਨ ਉਹ ਪਰਲੇ ਵਾਲੇ ਪੰਜਾਬ ਦੀ ਪੰਜਾਬੀ ਉਹਨਾਂ ਦੇ ਉਹਦੇ ਤੇ ਟਾਈਟਲ ਲਿਖੀ ਹੁੰਦੀ ਹੈ ਕਿ ਜਿਹੜਾ ਉਹ ਪੰਜਾਬੀ ਚੈਨਲ ਹੈ BBC ਦਾ, ਉਹ ਮੇਰੇ ਖਿਆਲ ਹੈ ਪਾਕਿਸਤਾਨੀਆਂ ਵਾਸਤੇ ਨਹੀਂ, ਹਿੰਦੁਸਤਾਨੀ ਪੰਜਾਬੀਆਂ ਵਾਸਤੇ ਵੀ। ਲੇਕਿਨ ਉਹਦੇ ਵਿੱਚ ਉਹ ਆਪਣਾ ਲਿਖਦੇ ਵੀ ਨੇ, ਉਹ ਵੀਲੋਗ ਵੀ ਬੋਲ ਕੇ ਕਰਦੇ ਨੇ, ਤੇ ਉਹਨਾਂ ਨੇ ਬਲੋਚਿਸਤਾਨ ਦੇ ਹਵਾਲੇ ਨਾਲ ਕੁਝ ਗੱਲਾਂ ਕੀਤੀਆਂ ਜਿਹਦੇ ਤੇ ਬਹੁਤ ਸਾਰੇ ਲੋਕ ਜਵਾਬ ਦੇ ਰਹੇ ਨੇ। ਜਬਾਰ ਚੌਧਰੀ ਸਾਹਿਬ ਨੇ, ਉਹਨਾਂ ਨੇ ਵੀ ਜਵਾਬ ਦਿੱਤਾ, ਤੇ ਮੇਰਾ ਵੀ ਦਿਲ ਕਰ ਰਿਹਾ ਸੀ ਕਿ ਕੁਝ ਗੱਲਾਂ ਮੈਂ ਵੀ ਉਹਨਾਂ ਦੇ ਗੋਸ਼ ਕੁਛਾਰ ਕਰਾਂ। ਜਦੋਂ ਉਹਨਾਂ ਨੇ ਕਿਹਾ ਕਿ ਧਰਤੀ ਨਾਲ ਕਦੀ ਕੰਨ ਲਾ ਕੇ ਸੁਣ ਵੀ ਲਿਆ ਕਰੋ ਕਿ ਧਰਤੀ ਕਹਿੰਦੀ ਕੀ ਤੁਹਾਨੂੰ, ਇਹ ਬੜੀ ਚੰਗੀ ਗੱਲ ਸੀ। ਹੁਣ ਜਦੋਂ ਉਹਨਾਂ ਨੇ ਇਹ ਗੱਲ ਕਹੀ, ਉਹਨਾਂ ਨੇ ਬਹੁਤ ਸਾਰੀਆਂ ਬਲੋਚਿਸਤਾਨ ਦੇ ਹਵਾਲੇ ਨਾਲ ਗੱਲਾਂ ਕੀਤੀਆਂ ਜਿਨ੍ਹਾਂ ਨੂੰ ਸੁਣ ਕੇ ਇੰਝ ਹੀ ਲੱਗਾ ਕਿ ਉਹ ਵੀ ਉਹਨਾਂ ਦੇ ਨਾਲ ਦੀ ਆ ਜੋ ਉੱਥੇ ਬਲੋਚੀ ਜਿਹੜੇ ਨੇ ਉਹ ਕਰਦੇ ਪਏ ਨੇ। ਉਹ ਕਿਉਂ ਲੱਗਾ ਮੈਨੂੰ, ਉਹ ਤੁਹਾਨੂੰ ਅੱਗੇ ਚੱਲ ਕੇ ਦੱਸਣੇ ਆ। ਅਸੀਂ ਵੀ ਲਾਇਆ ਕੰਨ ਧਰਤੀ ਨਾਲ। ਪਹਿਲੀ ਤੇ ਗੱਲ ਇਹ ਵੇ ਕਿ ਧਰਤੀ ਤਪੀ ਇੰਨੀ ਹੋਈ ਸੀ ਕਿ ਕੰਨ ਹੀ ਸੜ ਗਿਆ। ਧਰਤੀ ਏਡੀ ਗੁੱਸੇ 'ਚ ਸੀ ਕਿ ਉਹਨੇ ਕੰਨ ਨਹੀਂ ਸਾੜਦਾ। ਫਿਰ ਥੋੜ੍ਹਾ ਜਿਹਾ ਉੱਚਾ ਰੱਖਿਆ, ਫਿਰ ਤਰਲਾ ਮਿੰਦ ਕੀਤਾ, ਕੋਈ ਸਾਫ਼ ਸਫਾਈ ਕੀਤੀ, ਤੇ ਧਰਤੀ ਦੇ ਨਾਲ ਜਦੋਂ ਕੰਨ ਲਾਏ ਤੇ ਕੋਈ ਏਡੀਆਂ ਚੰਗੀਆਂ ਗੱਲਾਂ ਧਰਤੀ ਨੇ ਨਹੀਂ ਕੀਤੀਆਂ। ਕਾਫੀ ਗੁੱਸੇ 'ਚ ਸੀ। ਖਾਂਦੇ ਮੇਰਾ ਹੋ, ਰਹਿੰਦੇ ਮੇਰੇ ਤੇ ਹੋ, ਪੁੱਤਰ ਮੇਰੇ ਹੋ, ਜੰਮਿਆ ਤੁਹਾਨੂੰ ਮੈਂ ਐਵੇਂ। ਲੇਕਿਨ ਤੁਸੀਂ ਦੂਜੀਆਂ, ਤੁਹਾਡੀਆਂ ਹਮਦਰਦੀਆਂ ਦੂਜਿਆਂ ਨਾਲ ਨੇ, ਉਹਨਾਂ ਨਾਲ ਨੇ ਜਿਹੜੇ ਮੈਨੂੰ ਹੀ ਆ ਕੇ ਮਾਰ ਮੁਕਾਉਣਾ ਚਾਹੁੰਦੇ ਨੇ, ਜਿਹੜਾ ਮੈਨੂੰ ਵੰਡਣਾ ਚਾਹੁੰਦੇ ਨੇ, ਜਿਹੜਾ ਮੇਰੇ ਬਾਰੇ ਐਡਾ ਭੈੜਾ ਬੋਲਦੇ ਨੇ। ਤੁਹਾਡੀਆਂ ਸਾਰੀਆਂ ਹਮਦਰਦੀਆਂ ਉਹਨਾਂ ਨਾਲ ਨੇ। ਤੁਸੀਂ ਕਦੀ ਹਿੰਦੁਸਤਾਨ ਦੇ ਨਾਲ ਰਲ ਕੇ ਮੇਰੇ ਨਾਲ ਜ਼ਿਆਦਤੀ ਕਰਨ ਦੇ ਬਾਰੇ ਸੋਚ ਰਹੇ ਹੁੰਦੇ ਹੋ, ਕਦੀ ਅਫਗਾਨਿਸਤਾਨ ਦੇ ਨਾਲ ਰਲ ਕੇ ਮੇਰੇ ਬਾਰੇ ਸੋਚ ਰਹੇ ਹੁੰਦੇ ਹੋ। ਖਾਂਦੇ ਮੇਰਾ ਉਹ, ਰਹਿੰਦੇ ਮੇਰੇ ਤੇ ਹੋ। ਬਲੋਚਿਸਤਾਨ ਦੇ ਹਵਾਲੇ ਨਾਲ ਜਿਹੜਾ ਹਨੀਫ ਸਾਹਿਬ ਨੇ ਕਿਹਾ ਜੀ ਕਿ ਬਲੋਚਾਂ ਦੇ ਬਾਲ ਪਹਿਲੇ ਉੱਥੇ ਪੜ੍ਹਦੇ ਸਨ, ਤੇ ਉਹਨਾਂ ਨੂੰ ਜਿੰਨਾ ਵੀ ਪੜ੍ਹ ਲੈਣ, ਜਿੰਨਾ ਵੀ ਚੰਗਾ ਕਰ ਲੈਣ, ਤੇ ਉਹਨਾਂ ਨੂੰ ਐਂਡ ਤੇ ਉਹਨਾਂ ਨੇ ਫੜ ਕੇ ਤੇ ਗਾਇਬ ਹੀ ਕਰਨਾ ਹੈ। ਫਿਰ ਬਲੋਚਾਂ ਨੇ ਆਪਣੇ ਬਾਲ ਪੰਜਾਬ ਵੱਲੇ ਘੱਲਣੇ ਸ਼ੁਰੂ ਕਰਤੇ, ਤੇ ਹੁਣ ਉਹ ਚੁੱਕਣ ਚੁਕਾਉਣ ਵਾਲਾ ਸਿਲਸਿਲਾ ਇੱਥੇ ਵੀ ਸ਼ੁਰੂ ਹੋ ਗਿਆ। ਪਹਿਲੀ ਗੱਲ ਤੇ ਉਹਨਾਂ ਨੇ ਆਪਣੀ ਗੱਲ ਦੇ ਵਿੱਚ ਹੀ ਇਹ ਗੱਲ ਕਰ ਦਿੱਤੀ ਕਿ ਜਦੋਂ ਉੱਥੇ ਬਲੋਚਾਂ ਦੇ ਬਾਲ ਹੁੰਦੇ ਨੇ ਤੇ ਉੱਥੇ ਜੋ ਬਲੋਚਾਂ ਦੇ ਬਾਲਾਂ ਨੂੰ ਪੜ੍ਹਾਇਆ ਜਾਂਦਾ ਹੈ, ਉਹ ਫਿਰ ਉੱਥੇ ਚੁੱਕ ਚੁਕਈਆ ਹੀ ਹੋਣਾ ਹੁੰਦਾ ਹੈ। ਉਸ ਤੋਂ ਇਲਾਵਾ ਹੁਣ ਤੁਸੀਂ ਕੀ ਕਰ ਸਕਦੇ ਹੋ? ਜਦੋਂ ਤੁਸੀਂ ਆਪਣੇ ਬਾਲਾਂ ਨੂੰ ਪੜ੍ਹਾਉਣਾ ਹੀ ਇਹ ਕੁਛ ਹੈ, ਜਦੋਂ ਤੁਸੀਂ ਆਪਣੇ ਬਾਲਾਂ ਨੂੰ ਟੋਰਨਾ ਹੀ ਉਸ ਪਾਸੇ ਵੇ, ਜਦੋਂ ਤੁਹਾਡੇ ਬਾਲਾਂ ਦੀ ਜ਼ੇਨ ਸਾਜ਼ੀ ਇੱਦਾਂ ਹੋਣੀ ਆ, ਤੇ ਫਿਰ ਤੁਹਾਡੇ ਬਾਲਾਂ ਨਾਲ ਇਹੋ ਹੀ ਹੋਣਾ ਵੇ। ਲੇਕਿਨ ਚੰਗੀ ਗੱਲ ਹੈ ਜਦੋਂ ਤੁਸੀਂ ਆਪਣੇ ਬਾਲ ਪੰਜਾਬ ਭੇਜੇ, ਪੰਜਾਬ ਵਾਲਿਆਂ ਨੇ ਆਪਣੇ ਸੀਨੇ ਦੇ ਨਾਲ ਲਾਏ, ਲੇਕਿਨ ਪੰਜਾਬ ਵਾਲਿਆਂ ਨੇ ਉਹਨੂੰ ਪੜ੍ਹਾਇਆ ਲਿਖਾਇਆ, ਪੰਜਾਬ ਵਾਲਿਆਂ ਨੇ ਉਹਨਾਂ ਨੂੰ ਆਪਣਾ ਪੁੱਤਰ ਬਣਾਇਆ, ਪੰਜਾਬ ਦੀ ਧਰਤੀ ਨੇ ਉਹਨਾਂ ਨੂੰ ਰਹਿਣ ਲਈ ਥਾਂ ਦਿੱਤੀ। ਲੇਕਿਨ ਤੁਸੀਂ ਇੱਥੇ ਆ ਕੇ ਵੀ ਜੋ ਕੀਤਾ ਉਹ ਵੀ ਸਾਹਮਣੇ ਆ। ਤੇ ਜਿੱਥੋਂ ਤੱਕ ਗੱਲ ਪੰਜਾਬਾਂ ਉਹਨਾਂ ਦੇ ਬਾਲਾਂ ਦੀ ਗੱਲ ਆ, ਤਾਂ ਮੇਰਾ ਖਿਆਲ ਹੈ ਕਿ ਇਹ ਇੱਕ ਬਹੁਤ ਵੱਡਾ ਇਲਜ਼ਾਮ ਹੈ ਜਿਹੜਾ ਮੁਹੰਮਦ ਹਨੀਫ ਸਾਹਿਬ ਨੇ ਲਾਇਆ। ਇੱਕ ਹੋਰ ਉਹਨਾਂ ਨੇ ਗੱਲ ਕਹੀ ਕਿ ਜੀ ਕਹਿੰਦੇ ਨੇ ਮੁਜ਼ੰਮਤ ਕਰੋ। ਮੁਜ਼ੰਮਤ ਕਰਨਾ ਕੋਈ ਭੈੜੀ ਗੱਲ ਤੇ ਨਹੀਂ, ਕੋਈ ਮਾੜੀ ਗੱਲ ਤੇ ਨਹੀਂ। ਤੇ ਜਿਹੜਾ ਮੁਜ਼ੰਮਤ ਕਰਦਾ ਹੈ ਉਹ ਫਿਰ ਇਹੀ ਸਮਝਦਾ ਹੈ ਕਿ ਜੋ ਹੋਇਆ ਹੈ ਗਲਤ ਹੋਇਆ ਹੈ। ਲੇਕਿਨ ਜਿਹੜਾ ਮੁਜ਼ੰਮਤ ਨਹੀਂ ਕਰਨਾ ਚਾਹੁੰਦਾ, ਇਹ ਕੋਈ ਜ਼ਬਰਦਸਤੀ ਤੇ ਹੈਗੀ ਨਹੀਂ ਕਿ ਜ਼ਬਰਦਸਤੀ ਮੁਜ਼ੰਮਤ ਕਰਾਉਣੀ ਹੈ। ਜਿਹੜਾ ਮੁਜ਼ੰਮਤ ਨਹੀਂ ਕਰਦਾ ਉਹ ਫਿਰ ਨਾਲ ਇਹੀ ਸੋਚਦਾ ਹੈ ਕਿ ਜਨਾਬ ਮੈਂ ਮੁਜ਼ੰਮਤ ਨਹੀਂ ਕਰਨੀ ਹੈਗੀ। ਮੁਜ਼ੰਮਤ ਨਾ ਕਰਨ ਦਾ ਮਤਲਬ ਇਹ ਵੇ ਕਿ ਉਹਨਾਂ ਦੇ ਨਾਲ ਖਲੋਤਾ ਵੇ। ਕਿਹਨਾਂ ਦੇ ਨਾਲ ਖਲੋਤਾ ਵੇ? ਜਿਹੜੇ ਇਹ ਸਾਰਾ ਕੁਛ ਕਰਨ ਵਾਲੇ ਨੇ, ਜਿਹੜੇ ਟ੍ਰੇਨ ਤੇ ਹਮਲਾ ਕਰਨ ਵਾਲੇ ਨੇ, ਜਿਹੜੇ ਉੱਥੇ ਪੰਜਾਬੀਆਂ ਦੇ ਸ਼ਨਾਖਤੀ ਕਾਰਡ ਵਿੱਚ ਜੇਬਾਂ ਦੇ ਵਿੱਚੋਂ ਲੱਭ ਕੇ ਮਾਰਦੇ ਨੇ, ਜਿਹੜੇ ਕੋਈ ਉੱਥੋਂ ਕ੍ਰੋਸ ਕਰਨਾ ਚਾਹੁੰਦੇ ਨੇ, ਬਲੋਚਿਸਤਾਨ ਨੂੰ ਕ੍ਰੋਸ ਕਰਕੇ ਈਰਾਨ ਜਾਂ ਅਫਗਾਨਿਸਤਾਨ ਜਾਣਾ ਚਾਹੁੰਦੇ ਨੇ, ਉਹਨਾਂ ਨਾਲ ਜੋ ਕਰਦੇ ਨੇ ਉਹ ਕਿਉਂ ਕਰਦੇ ਨੇ? ਉਹ ਮੇਰੇ ਖਿਆਲ ਨਾਲ ਉਹ ਤੁਸੀਂ ਖੁਦ ਵੇਖ ਲਓ। ਤੇ ਅਗਰ ਇਸ ਗੱਲ ਦੀ ਮੁਜ਼ੰਮਤ ਨਹੀਂ ਕੀਤੀ ਜਾ ਰਹੀ ਤੇ ਤੁਸੀਂ ਜ਼ਿਹਨੀ ਤੇ ਦਿਮਾਗੀ ਤੌਰ ਤੇ ਉਹ ਜੋ ਕਰਨ ਵਾਲੇ ਉਹਨਾਂ ਦੇ ਨਾਲ ਖਲੋਤੇ ਹੋਏ ਹੋ। ਤੇ ਜਦੋਂ ਤੁਸੀਂ ਮੁਜ਼ੰਮਤ ਨਾ ਕਰਕੇ ਉਹਨਾਂ ਦੇ ਨਾਲ ਖਲੋ ਗਏ ਹੋ ਤੇ ਫਿਰ ਤੁਸੀਂ ਉਸ ਜੁਰਮ ਦੇ ਵਿੱਚ ਕਿਸੇ ਹੱਦ ਤੱਕ ਸ਼ਰੀਕ ਵੀ ਹੋ। ਫਿਰ ਉਹਨਾਂ ਨੇ ਕੁਝ ਜਵਾਨਾਂ ਤੇ ਵੀ ਗੱਲਾਂ ਕੀਤੀਆਂ। ਦੇਖੋ ਜਵਾਨ ਜਿਹੜੇ ਨੇ, ਤੁਹਾਨੂੰ ਕੀ ਲੱਗਦਾ ਹੈ ਕਿ ਉਹ ਸਾਰਾ ਕੁਝ ਸ਼ੌਕ ਨਾਲ ਕਰ ਰਹੇ ਹੁੰਦੇ ਨੇ? ਅਗਰ ਐਸਾ ਹਰਗਜ਼ ਨਹੀਂ ਹੈਗਾ। ਤੁਸੀਂ ਜਦੋਂ ਇੱਕ ਟ੍ਰੇਨ ਕੋਈ 77 ਸਾਲ ਬਾਅਦ ਇਹ ਵਾਕਿਆ ਹੋਇਆ ਹੈ, ਉਸ ਤੋਂ ਪਹਿਲੇ ਕਦੀ ਇਹ ਵਾਕਿਆ ਨਹੀਂ ਹੋਇਆ। ਪਾਕਿਸਤਾਨ ਦੀ ਤਾਰੀਖ ਦੇ ਵਿੱਚ ਪਹਿਲਾ ਵਾਕਿਆ, ਦੁਨੀਆ ਦੀ ਤਾਰੀਖ ਦੇ ਵਿੱਚ ਚੌਥਾ ਵਾਕਿਆ। ਜਦੋਂ ਇਹ ਹੁੰਦਾ ਹੈ ਤੇ ਫਿਰ ਜਵਾਨਾਂ ਕੋਲ ਕੀ ਚੁਆਇਸ ਹੈ? ਜਵਾਨ ਕੀ ਕਰਨਗੇ? ਜ਼ਬਰਦਸਤੀ ਤੇ ਤੁਹਾਡੇ ਕੋਲੋਂ ਉਹ ਦੇਖੋ ਇਸੇ ਧਰਤੀ ਦਾ ਸ਼ਿਕਵਾ ਸੀ ਕਿ ਜਦੋਂ ਤੁਸੀਂ ਰਹਿੰਦੇ ਮੇਰੇ ਤੇ ਜੇ, ਖਾਂਦੇ ਮੇਰੇ ਜੇ, ਨਾਰਾ ਮੇਰਾ ਲਾਉਂਦੇ ਜੇ, ਤੁਸੀਂ ਪਾਸਪੋਰਟ ਮੇਰਾ ਵਰਦੇ ਜੇ, ਦੁਨੀਆ ਜਹਾਨ ਦੇ ਵਿੱਚ ਬਦਨਾਮ ਵੀ ਮੈਨੂੰ ਹੀ ਕਰਦੇ ਹੋ,
ਮੇਰੇ ਬਾਰੇ ਹੀ ਜਾ ਕੇ ਦੁਨੀਆ ਜਹਾਨ ਤੇ ਬਹਿ ਕੇ ਨੈਗੇਟਿਵਾਂ ਕਰ ਰਹੇ ਹੋ ਤੇ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਬਹਿ ਕੇ ਮੇਰੀ ਹੀ ਮਤਲਬ ਤੁਸੀਂ ਹੁਣ ਮੈਂ ਕੀ ਲਫ਼ਜ਼ ਇਸਤੇਮਾਲ ਕਰਾਂ ਜੋ ਕਰ ਰਹੇ ਹੋ ਤੇ ਉਹ ਫਿਰ ਸ਼ਿਕਵਾ ਤੇ ਬਣਦਾ ਹੈ। ਫਿਰ ਜਦੋਂ ਤੁਸੀਂ ਬਹਿ ਕੇ ਪੂਰੀ ਦੁਨੀਆ ਨੂੰ ਦੱਸਣ ਡਏ ਹੁੰਦੇ ਹੋ ਕਿ ਜਨਾਬ ਜਿਹੜੇ 4 ਬੰਦੇ ਛੁੱਟ ਕੇ ਆ ਗਏ ਨੇ, ਜਿਹੜੇ 16 ਬੰਦੇ ਹੁਣ ਛੁੱਟ ਕੇ ਆ ਗਏ ਨੇ, 20 ਬੰਦੇ ਉਹਨਾਂ ਦਹਿਸ਼ਤਗਰਦਾਂ ਕੋਲੋਂ ਜਿਹੜੇ ਆਪਣੀ ਮਾਂ ਨੂੰ ਵੀ ਤੋੜੀ ਜਾਂਦੇ ਨੇ, ਮਾਂ ਨੂੰ ਵੀ ਭੰਨੀ ਜਾਂਦੇ ਨੇ, ਮਾਂ ਤੇ ਵੀ ਖੂਨ ਜਿਹੜਾ ਬਹਾਈ ਜਾ ਰਹੇ ਨੇ, ਉਹ ਜਿਹੜੇ ਆ ਗਏ ਨੇ ਉਹਨਾਂ ਕੋਲੋਂ ਛੁੱਟ ਕੇ ਉਹ ਜਵਾਨਾਂ ਨੇ ਨਹੀਂ ਛਡਾਏ, ਉਹਨਾਂ ਨੇ ਆਪੇ ਛੱਡ ਦਿੱਤੇ ਨੇ। ਅੱਛਾ ਜੀ, ਉਹਨਾਂ ਫੜੇ ਕਿਉਂ ਸਨ ਜਿਹਨੇ ਆਪੇ ਛੱਡ ਸਨ? ਤੁਸੀਂ ਇਸ ਗੱਲ ਦਾ ਕ੍ਰੈਡਿਟ ਵੀ ਉਹਨਾਂ ਜਵਾਨਾਂ ਨੂੰ ਦੇ ਰਹੇ ਹੈਗੇ ਜਿਹੜੇ ਜਵਾਨ ਆਪਣੀ ਮਾਂ ਦੀ ਹਿਫਾਜ਼ਤ ਕਰ ਰਹੇ ਨੇ, ਜਿਹੜੇ ਜਵਾਨ ਆਪਣੀ ਮਾਂ ਵਾਸਤੇ ਆਪਣੀਆਂ ਜਾਨਾਂ ਦੇ ਨਜ਼ਰਾਨੇ ਪੇਸ਼ ਕਰ ਰਹੇ ਨੇ। ਤੁਸੀਂ ਉਹਨਾਂ ਨੂੰ ਵੀ ਭੈੜਾ ਕਹੀ ਜਾ ਰਹੇ ਹੋ। ਇੱਕ ਤੇ ਤੁਸੀਂ ਆਪ ਭੈੜੇ ਜੇ, ਦੂਜਾ ਤੁਸੀਂ ਉਹਨਾਂ ਨੂੰ ਭੈੜਾ ਕਹਿ ਰਹੇ ਹੋ ਜਿਹੜੇ ਇਸ ਮਾਂ ਨੂੰ ਬਚਾਉਣ ਵਾਸਤੇ ਆਪਣੀਆਂ ਜਾਨਾਂ ਦੇ ਰਹੇ ਨੇ। ਕੋਈ ਬਾਲ ਮਾਂ ਦਾ ਹੁੰਦਾ ਹੈ ਜਿਹਦੀ 3 ਮਹੀਨੇ ਬਾਅਦ ਵਿਆਹ ਹੁੰਦਾ ਹੈ, ਤੇ ਕੋਈ ਮਾਂ ਦਾ ਬਾਲ ਜਿਹੜਾ ਉੱਥੇ ਹਿਫਾਜ਼ਤ ਕਰ ਰਿਹਾ ਹੁੰਦਾ ਉਹ 6 ਮਹੀਨੇ ਪਹਿਲੇ ਵਿਆਹ ਕਰਕੇ ਗਿਆ ਹੁੰਦਾ ਹੈ, ਤੇ ਕਿਸੇ ਮਾਂ ਦੇ ਬਾਲ ਦਾ ਬਾਲ 1 ਮਹੀਨਾ ਪਹਿਲੇ ਜੰਮਿਆ ਹੁੰਦਾ, ਉਹਨੇ ਆਪਣੇ ਬਾਲ ਦੀ ਸ਼ਕਲ ਨਹੀਂ ਵੇਖੀ, ਆਪਣੀ ਮਾਂ ਦੀ ਹਿਫਾਜ਼ਤ ਕਰ ਰਿਹਾ ਹੁੰਦਾ। ਤੁਸੀਂ ਉਹਦੇ ਬਾਰੇ ਵੀ ਉਹਨੂੰ ਵੀ ਦੁਨੀਆ ਜਹਾਨ ਤੇ ਬਦਨਾਮ ਕਰੀ ਜਾ ਰਹੇ ਹੋ। ਤੇ ਧਰਤੀ ਮਾਂ ਦੇ ਨਾਲ ਜਦੋਂ ਤੁਸੀਂ ਕੰਨ ਲਾਉਂਦੇ ਹੋ ਤੁਹਾਨੂੰ ਹੋਰ ਬੜੀਆਂ ਦੁੱਖ ਦੁਖੇੜੇ ਸੁਣਾਏ ਜਾਂਦੇ ਨੇ, ਤੁਹਾਨੂੰ ਹੋਰ ਬੜੀਆਂ ਤਕਲੀਫਾਂ ਦੱਸੀਆਂ ਜਾਂਦੀਆਂ ਨੇ, ਲੇਕਿਨ ਉਹ ਤਕਲੀਫਾਂ ਹਨੀਫ ਸਾਹਿਬ ਨੇ ਤਾਂ ਨਹੀਂ ਦੱਸੀਆਂ, ਲੇਕਿਨ ਹਨੀਫ ਸਾਹਿਬ ਨੇ ਮੇਰਾ ਖਿਆਲ ਹੈ ਬਲੋਚਾਂ ਦੀਆਂ ਆਪਣੀਆਂ ਤਕਲੀਫਾਂ ਦੱਸੀਆਂ ਨੇ। ਉਹਨਾਂ ਨੂੰ ਮਤਲਬ ਕਿ ਇਹ ਜਿਹੜੇ ਪੁਰਾਣੇ ਬਾਬੇ ਹੁੰਦੇ ਨੇ ਨਾ, ਇਹਨਾਂ ਦੇ ਮਸਾਇਲ ਵੀ ਬੜੇ ਹੁੰਦੇ ਨੇ, ਇਹਨਾਂ ਦੇ ਦਿਮਾਗਾਂ ਦੇ ਵਿੱਚ ਕੁਝ ਗੱਲਾਂ ਸਕੂਲਾਂ ਕਾਲਜਾਂ ਤੋਂ ਬੈਠੀਆਂ ਹੁੰਦੀਆਂ ਨੂੰ ਨਿਕਲਦੀਆਂ ਨਹੀਂ ਹੈਗੀਆਂ। ਉਹ ਪਤਾ ਨਹੀਂ ਕਿਹੜੀਆਂ ਜ਼ਿਆਦਤੀਆਂ ਕਿਹੜੇ ਮਸਲੇ ਮਸਾਇਲ ਹੋਏ ਹੁੰਦੇ ਨੇ, ਉਹ ਫਿਰ ਸਾਰੀ ਉਮਰ ਦਿਲ ਦੇ ਵਿੱਚ ਲੈ ਕੇ ਟੁਰਦੇ ਨੇ, ਸਾਰੀ ਉਮਰ ਦਿਮਾਗ ਦੇ ਵਿੱਚ ਲੈ ਕੇ ਚੁੱਲਦੇ ਨੇ। ਉਹਨੂੰ ਫਿਰ ਧਰਤੀ ਦੇ ਨਾਂ ਤੇ, ਉਹਨੂੰ ਫਿਰ ਜ਼ਮੀਨ ਦੇ ਨਾਂ ਤੇ, ਉਹਨੂੰ ਫਿਰ ਕੰਨ ਲਾਉਣ ਦੇ ਨਾਂ ਤੇ, ਉਹਨੂੰ ਫਿਰ ਲਾਊਡ ਸਪੀਕਰ ਦੇ ਨਾਂ ਤੇ, ਉਹਨੂੰ ਕਿਸੇ ਮੌਲਵੀ ਦੇ ਨਾਂ ਤੇ, ਉਹਨੇ ਨਾਲ ਕਿਸੇ ਹੋਈ ਜ਼ਿਆਦਤੀ ਦੇ ਨਾਂ ਤੇ ਆਪਣੇ ਅੰਦਰ ਦਾ ਜਿਹੜਾ ਸਾੜ ਆ ਉਹ ਕੱਢਦੇ ਆ, ਲੇਕਿਨ ਉਹ ਚੱਲਦਾ ਰਹਿੰਦਾ। ਲੇਕਿਨ ਮੇਰੀ ਗੁਜ਼ਾਰਿਸ਼ ਇਹ ਵੇ ਕਿ ਧਰਤੀ ਤੁਹਾਨੂੰ ਇਹ ਵੀ ਕਹਿੰਦੀ ਹੈ ਜਦ ਰਹਿੰਦੇ ਮੇਰੇ ਤੇ ਜੇ, ਜਦ ਖਾਂਦੇ ਮੇਰੇ ਜੇ, ਤੇ ਫਿਰ ਮੇਰੇ ਬਾਰੇ ਪੋਜ਼ੀਟਿਵ ਹੀ ਹੋਵੋ। ਮੈਂ ਦੁਨੀਆ ਜਹਾਨ ਤੇ ਮੇਰੀ ਇੱਜ਼ਤ ਵੀ ਵਧਾਓ, ਮੇਰੇ ਬਾਰੇ ਪੋਜ਼ੀਟਿਵ ਗੱਲਾਂ ਵੀ ਕਰੋ। ਜੇ ਕਦੀ ਕੋਈ ਐਸੀ ਗੱਲ ਹੋ ਜਾਵੇ ਜਿਹੜੀ ਤੁਹਾਨੂੰ ਚੰਗੀ ਨਾ ਲੱਗੇ, ਜਿਹੜੀ ਤੁਹਾਨੂੰ ਲੱਗੇ ਕਿ ਇਹ ਗੱਲ ਮਾੜੀ ਆ, ਤੇ ਕਿਸੇ ਟਾਈਮ ਉਹਨੂੰ ਬਰਦਾਸ਼ਤ ਵੀ ਕਰ ਲਿਆ ਕਰੋ। ਜੇ ਅਗਰ ਮੈਂ ਹੈਗੀ ਆ, ਜੇ ਮਾਂ ਹੈਗੀ ਹੈ, ਤੁਸੀਂ ਸੋਚੋ ਜ਼ਰਾ ਲੈ ਕੇ ਆ ਜਾਓ ਇਸ ਧਰਤੀ ਮਾਂ ਤੋਂ, ਆਪਣੀ ਮਾਂ ਵਾਲੇ ਲੈ ਕੇ ਆ ਜਾਓ, ਆਪਣੀ ਮਾਸੀ ਵਾਲੇ ਲੈ ਕੇ ਆ ਜਾਓ, ਗੁਆਂਢੀਆਂ ਦੀ ਕਿਸੇ ਮਾਂ ਵਾਲੇ ਲੈ ਕੇ ਆ ਜਾਓ ਜਿਹਦੇ 3 ਬਾਲ ਸਨ ਤੇ 3 ਬਾਲ ਨਿੱਕੇ ਨਿੱਕੇ ਸਨ, ਤੇ ਮਾਂ ਜਿਹੜੀ ਸੀ ਉਹ ਕਿਸੇ ਵਜ੍ਹਾ ਨਾਲ ਕਿਨਾਰਾ ਕਰ ਗਈ, ਕਿਸੇ ਵਜ੍ਹਾ ਨਾਲ ਦੁਨੀਆ ਤੋਂ ਪਰਦਾ ਕਰ ਗਈ। ਸੋਚੋ ਉਹ 3 ਬਾਲ ਕਿੱਦਾਂ ਪਲੇ ਹਾਂ। ਜਾਂ ਫਿਰ ਤੁਸੀਂ ਆਪਣੇ ਆਪ ਨੂੰ ਵੇਖ ਲਓ, ਤੁਹਾਡੇ ਵਾਂਗ ਮੇਰੀ ਮਾਂ ਹਯਾਤ ਹੈ, ਅੱਲਾ ਉਹਨੂੰ 100 ਸਾਲ ਉਮਰ ਦੇਵੇ। ਮੈਂ ਜਦੋਂ ਜਾਂਦਾ ਵਾਂ, ਜਿਵੇਂ ਮੇਰੀ ਮਾਂ ਮੈਨੂੰ ਚੁੰਮਦੀ ਹੈ, ਜਿਵੇਂ ਮਾਂ ਮੇਰੇ ਨਾਲ ਪਿਆਰ ਕਰਦੀ ਹੈ, ਜਿਵੇਂ ਉਹਦੀ ਅੱਖਾਂ ਦੇ ਵਿੱਚ ਠੰਡਕ ਪੈਂਦੀ ਹੈ, ਜਦੋਂ ਮੈਨੂੰ ਅੱਧਾ ਘੰਟਾ ਸੀਨੇ ਨਾਲ ਲਾ ਕੇ ਰੱਖਦੀ ਹੈ। ਸੋਚੋ ਜਿਨ੍ਹਾਂ ਦੀਆਂ ਮਾਵਾਂ ਨਹੀਂ ਹੈਗੀਆਂ ਉਹਨਾਂ ਵਾਸਤੇ ਇਹ ਕਿੱਡਾ ਦੁੱਖ ਤੇ ਤਕਲੀਫ ਹੈ। ਇਸੇ ਗੱਲ ਨੂੰ ਤੁਸੀਂ ਵੇਖ ਲਓ ਨਾ, ਧਰਤੀ ਮਾਂ ਦੇ ਵਿੱਚ ਤੇ ਜੰਮਣ ਵਾਲੀ ਮਾਂ ਦੇ ਵਿੱਚ ਫਰਕ ਤੇ ਕੋਈ ਨਹੀਂ ਹੈਗਾ। ਤੁਹਾਨੂੰ ਦੋਵੇਂ ਹੀ ਸਕੂਨ ਦਿੰਦੀਆਂ ਨੇ, ਤੁਹਾਨੂੰ ਦੋਵੇਂ ਹੀ ਦੁਆਵਾਂ ਕਰਦੀਆਂ ਨੇ, ਤੁਹਾਡੇ ਵਾਸਤੇ ਦੋਵੇਂ ਹੀ ਆਪਣੀਆਂ ਸੀਨੇ ਖੋਲ ਕੇ ਰੱਖਦੀਆਂ ਨੇ। ਤੁਸੀਂ ਜਾਓ ਕਿਸੇ ਜਾ ਕੇ ਪਿੰਡ ਵਾਲੇ ਕੋਲ ਪੁੱਛੋ, ਜਿਹੜੀ ਉਹਦੀ ਮਾਂ ਜਿਹਦੇ 'ਚ ਹਲ ਵਾਂਦਾ ਵਾ, ਉਹ ਮਾਂ ਉਹਨੂੰ ਖਾਣ ਨੂੰ ਦਿੰਦੀ ਕਿ ਨਹੀਂ ਦਿੰਦੀ, ਉਹ ਮਾਂ ਉਹਨੂੰ ਪਾਲਦੀ ਕਿ ਨਹੀਂ ਪਾਲਦੀ, ਉਹ ਮਾਂ ਉਹਨੂੰ ਸਾਂਭਦੀ ਕਿ ਨਹੀਂ ਸਾਂਭਦੀ। ਔਰ ਉਹ ਜਿਹੜੀ ਦੇਣ ਵਾਲੀ ਮਾਂ ਵਾ ਉਹਦੇ ਉੱਤੇ ਹਲਵਾਨ ਵਾਲਾ ਕਿਵੇਂ ਆਪਣੀ ਜਾਨ ਕੁਰਬਾਨ ਕਰਦਾ, ਰਾਤੀ 2 ਵਜੇ ਵੀ ਜਾ ਕੇ ਪਾਣੀ ਲਾ ਕੇ ਖਲੋਤਾ ਹੁੰਦਾ, ਨਾ ਉਹਨੂੰ ਸੱਪ ਤੋਂ ਡਰ ਲੱਗਦਾ, ਨਾ ਉਹਨੂੰ ਬਿੱਛੂ ਤੋਂ ਡਰ ਲੱਗਦਾ, ਕਿ ਉਹ ਆਪਣੀ ਮਾਂ ਦੇ ਸੀਨੇ ਤੇ ਉੱਤੇ ਖਲੋਂਦਾ ਹੁੰਦਾ। ਉਹਦੀ ਮਾਂ ਨੂੰ ਪਿਆਸ ਲੱਗੀ, ਉਹਨੂੰ ਪਾਣੀ ਲਾ ਰਿਹਾ ਹੁੰਦਾ ਵੇ। ਇਹ ਦੇਖੋ ਗੱਲਾਂ, ਮਾਂ ਜਿਹੜੀ ਆ ਵਾ ਉਹ ਸਿਰਫ ਇੱਕ ਪਾਸੇ ਦਾ ਪਿਆਰ ਨਹੀਂ। ਤੁਸੀਂ ਬਲੋਚਾਂ ਦੇ ਹੱਕ ਦੇ ਵਿੱਚ ਖਲੋਣਾ ਚਾਹੀਦਾ। ਅਸੀਂ ਕਦੋਂ ਕਹਿ ਰਹੇ ਹਾਂ? ਮੈਂ ਕੱਲ ਹੀ ਵੇਖਣ ਡਿਆ ਸਾਂ ਕਿ 90% ਬਲੋਚ ਤੇ ਪਾਕਿਸਤਾਨ ਨਾਲ ਮੁਹੱਬਤ ਕਰਦੇ ਨੇ, ਇਹ ਤੇ ਕੋਈ 5-7% ਜਿਹੜੇ ਭਟਕੇ ਹੋਏ ਨੇ ਉਹ ਕਰ ਰਹੇ ਨੇ। ਤੇ ਧਰਤੀ ਮਾਂ ਦਾ ਨਾਂ ਲੈ ਕੇ ਗੁਜ਼ਾਰਿਸ਼ ਇਹ ਵੇ ਕਿ ਤੁਸੀਂ ਆਪਣੇ ਦੁੱਖ ਦਖੇੜੇ ਜਿਹੜੇ ਨੇ ਉਹ ਨਾ ਖੋਲੋ। ਫਿਰ ਤੁਸੀਂ ਮਤਲਬ ਕਿ ਪਤਾ ਨਹੀਂ ਕਿਉਂ ਸਾਬਤ ਕਰਨ ਰਹੇ ਹੋ ਅਸੀਂ ਪੰਜਾਬੀ ਭੈੜੇ ਹਾਂ। ਵੀ ਪੰਜਾਬੀ ਕਿੱਦਾਂ ਭੈੜੇ ਆ? ਪੰਜਾਬੀ ਜਿਹੜੇ ਆ ਉਹ ਤੇ ਸਾਰੇ ਪਾਕਿਸਤਾਨ ਦੀ ਆਵਾਮ ਨੂੰ ਨਾਲ ਲੈ ਕੇ ਚੱਲ ਰਹੇ ਆ। ਸਾਰੇ ਪੰਜਾਬੀ ਇੱਕ ਪਾਸੇ ਤੇ ਪੂਰਾ ਪਾਕਿਸਤਾਨ ਇੱਕ ਪਾਸੇ। ਕਿੱਥੇ ਜ਼ਿਆਦਤੀ ਹੋਈ ਹੈ, ਕਦੋਂ ਜ਼ਿਆਦਤੀ ਹੋਈ ਹੈ, ਕਿੰਨੇ ਜ਼ਿਆਦਤੀ ਕੀਤੀ ਹੈ? ਹਰ ਦਫਾ ਸਾਡੇ ਨਾਲ ਹੀ ਜ਼ਿਆਦਤੀ ਹੁੰਦੀ ਹੈ। ਅਸੀਂ ਤੇ ਕਦੀ ਨਹੀਂ ਬੋਲੇ, ਅਸੀਂ ਤੇ ਕਦੀ ਧਰਤੀ ਨੂੰ ਕੰਨ ਲਾ ਕੇ ਨਹੀਂ ਕਿਹਾ ਕਿ ਦੇਖੋ ਜੀ ਸਾਡੇ ਨਾਲ ਇਹ ਜ਼ਿਆਦਤੀ ਕਰਨ ਡਏ ਨੇ ਬਲੋਚੀ, ਜਾਂ ਸਾਡੇ ਨਾਲ ਇਹ ਜ਼ਿਆਦਤੀ ਕਰਨ ਡਏ ਨੇ ਸਿੰਧੀ, ਜਾਂ ਸਾਡੇ ਨਾਲ KPK ਵਾਲੇ ਆਹ ਜ਼ਿਆਦਤੀ ਕਰਨ ਡਏ। ਅਸੀਂ ਸਾਰੇ ਇੱਕੋ ਆ, ਇੱਕੋ ਮਾਂ ਦੇ ਪੁੱਤਰ ਆ। ਕੋਈ ਉਧਰ ਜੰਮ ਪਿਆ, ਕੋਈ ਇੱਧਰ ਜੰਮ ਪਿਆ। ਮਾਂ ਨਹੀਂ ਬਾਲ ਜੰਮਦੀ। ਇੱਕ ਪ੍ਰੋਫੈਸਰ ਬਣ ਗਿਆ, ਇੱਕ ਬੈਂਕਰ ਬਣ ਗਿਆ, ਇੱਕ ਨਿਕੰਮਾ ਰਹਿ ਗਿਆ, ਇੱਕ ਲੜਾਈਆਂ ਕਰਦਾ ਰਿਹਾ, ਇੱਕ ਝਗੜੇ ਕਰਦਾ ਰਿਹਾ, ਲੇਕਿਨ ਮਾਂ ਤਾਂ ਸਾਰਿਆਂ ਦੀ ਸਾਂਝੀ, ਮਾਂ ਤਾਂ ਸਾਰਿਆਂ ਦੀ ਇੱਕੋ ਜਿਹੀ ਹੈ। ਤੇ ਮਾਂ ਦਾ ਨਾਂ ਲਾ ਕੇ ਖੁਦਾ ਦਾ ਨਾਂ ਜੇ ਕੋਈ ਐਸੀਆਂ ਗੱਲਾਂ ਨਾ ਕਰੋ। ਮਾਂ ਸਭ ਦੀ ਸਾਂਝੀ ਹੈ। ਹਨੀਫ ਸਾਹਿਬ ਬੜੇ ਸੀਨੀਅਰ ਨੇ, ਅੱਲਾ ਉਹਨਾਂ ਨੂੰ ਜ਼ਿੰਦਗੀ ਦੇਵੇ, ਸਿਹਤ ਦੇਵੇ। ਇਹ ਉਹਨਾਂ ਦਾ ਕੰਮ ਹੈ। ਉਹ ਜਿਹੜੇ ਚੈਨਲ ਵਾਸਤੇ ਬੋਲਦੇ ਨੇ, ਉਸ ਚੈਨਲ ਦੀ ਵੀ ਇੱਕ ਪਾਲਿਸੀ ਹੁੰਦੀ ਹੈ। ਵੱਡਾ ਚੈਨਲ ਹੈ, ਅੰਗਰੇਜ਼ਾਂ ਦਾ ਚੈਨਲ ਹੈ, ਡਾਲਰਾਂ 'ਚ ਤਨਖਾਹ ਦਿੰਦਾ ਹੈ, ਲੇਕਿਨ ਰਹਿੰਦਾ ਬੰਦਾ ਫਿਰ ਇਸੇ ਧਰਤੀ 'ਤੇ ਹੈ। ਭਾਵੇਂ ਡਾਲਰਾਂ 'ਚ ਤਨਖਾਹ ਲੱਭੇ, ਭਾਵੇਂ ਪਾਉਂਡਾਂ 'ਚ ਲੱਭੇ, ਤੇ ਭਾਵੇਂ ਯੂਰੋਆਂ 'ਚ ਤਨਖਾਹ ਲੱਭੇ। ਸਲਾਮਤ ਰਹੋ, ਖੁਸ਼ ਰਹੋ।
ਪੰਜਾਬੀ ਬੜੀ ਦੇਰ ਬਾਅਦ ਇੰਨੀ ਦੇਰ ਬਾਅਦ ਬੋਲੀ ਹੈ ਕਿਸੇ ਵੀ ਉਹਦੇ ਤੇ ਬਹਿ ਕੇ। ਉਮੀਦ ਹੈ ਕਿ ਮੇਰੀਆਂ ਗਲਤੀਆਂ ਗੁਸਤਾਖੀਆਂ ਤੁਸੀਂ ਮਾफ़ ਕਰੋਗੇ। ਆਪਣਾ ਖਿਆਲ ਰੱਖੋ, ਇਜਾਜ਼ਤ ਦਿਓ, ਖੁਦਾ ਹਾਫਿਜ਼।